ਚਲੋ ਇਸ ਮਾਮਲੇ ਦੀ ਗਹਿਰਾਈ ਵਿੱਚ ਚੱਲਦੇ ਹਾਂ। 22 ਫਰਵਰੀ 2026 ਐਤਵਾਰ ਦੀ ਸਵੇਰ। ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਅਤੇ ਮੋਸਟ ਵਾਂਟਡ ਡਰੱਗ ਲਾਰਡ ਇੱਕ ਅਜਿਹੀ ਜਗ੍ਹਾ ਤੇ ਲੁਕਿਆ ਹੋ ਸਕਦਾ ਹੈ। ਇਹ ਜਗ੍ਹਾ ਸੀ ਮੈਕਸੀਕੋ ਦਾ ਇੱਕ ਛੋਟਾ ਜਿਹਾ ਪਹਾੜੀ ਟੂਰਿਸਟ ਕਸਬਾ ਤੇਪਾਲਪਾ, ਜਿੱਥੇ ਪੱਥਰ ਦੀਆਂ ਸੜਕਾਂ ਨੇ, ਸੈਲਾਨੀਆਂ ਲਈ ਦੁਕਾਨਾਂ ਨੇ ਤੇ ਚਾਰੇ ਪਾਸੇ ਹਰੇ-ਭਰੇ ਪਹਾੜ ਨੇ। ਪਰ ਇਸੇ ਖੂਬਸੂਰਤ ਸ਼ਹਿਰ ਦੇ ਬਾਹਰ ਜੰਗਲਾਂ ਵਿੱਚ ਬਣੇ ਇੱਕ ਕੈਬਿਨ ਕੰਪਲੈਕਸ ਵਿੱਚ ਇੱਕ ਆਦਮੀ ਦੀ ਮੌਤ ਹੋਣ ਵਾਲੀ ਸੀ। ਇੱਕ ਅਜਿਹੀ ਮੌਤ ਜਿਸ ਨੇ ਪੂਰੇ ਦੇਸ਼ ਨੂੰ ਅੱਗ ਦੀ ਲਪੇਟ ਵਿੱਚ ਲੈ ਆਂਦਾ। ਤਾਂ ਸਵਾਲ ਇਹ ਹੈ, ਕੌਣ ਸੀ ਆਦਮੀ ਤੇ ਉਸ ਦੀ ਮੌਤ ਨੇ ਇੰਨੀ ਵੱਡੀ ਤਬਾਹੀ ਕਿਵੇਂ ਮਚਾਈ? ਆਓ ਇਸ ਪੂਰੀ ਕਹਾਣੀ ਦੀਆਂ ਪਰਤਾਂ ਖੋਲੀਏ। ਇਹ ਬੰਦਾ ਇੱਕ ਭੂਤ ਵਾਂਗ ਸੀ, ਇੰਨਾ ਗੁਪਤ ਕਿ ਦੁਨੀਆ ਕੋਲ ਉਸ ਦੀਆਂ ਸਿਰਫ ਕੁਝ ਪੁਰਾਣੀਆਂ ਤਸਵੀਰਾਂ ਹੀ ਸਨ, ਉਹ ਵੀ 1980 ਅਤੇ 90 ਦੇ ਦਹਾਕੇ ਦੀਆਂ, ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਉਹ ਕਿਹੋ ਜਿਹਾ ਦਿਸਦਾ ਹੈ, ਇਹ ਕੋਈ ਨਹੀਂ ਜਾਣਦਾ ਸੀ। ਉਸ ਦਾ ਨਾਮ ਸੀ ਐਲ ਮਿਨਸ਼ੋ, ਦੁਨੀਆ ਦਾ ਸਭ ਤੋਂ ਵੱਧ ਲੋੜੀਂਦਾ ਡਰੱਗ ਲਾਰਡ। ਸੋਚੋ, ਅਮਰੀਕਾ ਨੇ ਉਸ ਦੇ ਸਿਰ ਤੇ $5 ਮਿਲੀਅਨ ਦਾ ਇਨਾਮ ਰੱਖਿਆ ਹੋਇਆ ਸੀ। ਫਿਰ 20 ਫਰਵਰੀ ਨੂੰ ਮੈਕਸੀਕਨ ਖੂਫੀਆ ਏਜੰਸੀ ਦੇ ਹੱਥ ਇੱਕ ਵੱਡਾ ਸੁਰਾਗ ਲੱਗਿਆ। ਉਹ ਸਿੱਧਾ ਐਲ ਮੈਂਚੋ ਨੂੰ ਨਹੀਂ, ਬਲਕਿ ਉਸ ਦੀ ਇੱਕ ਰੋਮਾਂਟਿਕ ਸਾਥੀ ਦੇ ਇੱਕ ਸਹਿਯੋਗੀ ਨੂੰ ਟਰੈਕ ਕਰ ਰਹੇ ਸਨ। ਤੇ ਉਸੇ ਟਰੈਕਿੰਗ ਤੋਂ ਪਤਾ ਲੱਗਾ ਕਿ ਉਹ ਸਾਥੀ ਨੂੰ ਟਪਾਲਪਾ ਦੇ ਬਾਹਰ ਇੱਕ ਸੁੰਨਸਾਨ ਜਗ੍ਹਾ ਤੇ ਲੈ ਗਿਆ ਸੀ। ਬਸ ਇਹੀ ਉਹ ਗੁਪਤ ਠਿਕਾਣਾ ਸੀ। ਤਾਂ 22 ਫਰਵਰੀ ਦੀ ਸਵੇਰ ਹਨੇਰਾ ਛੱਟਣ ਤੋਂ ਪਹਿਲਾਂ ਇੱਕ ਵੱਡਾ ਆਪਰੇਸ਼ਨ ਸ਼ੁਰੂ ਹੋਇਆ। ਮੈਕਸੀਕੋ ਦੀਆਂ ਸਪੈਸ਼ਲ ਫੋਰਸਿਸ, ਨੈਸ਼ਨਲ ਗਾਰਡ, 에ਅਰ ਫੋਰਸ ਤੇ ਆਰਮੀ ਸਭ ਨੇ ਮਿਲ ਕੇ ਉਸ ਕੰਪਾਊਂਡ ਨੂੰ ਘੇਰ ਲਿਆ। ਜਿਵੇਂ ਹੀ ਫੌਜੀ ਅੱਗੇ ਵਧੇ, ਕਾਟਲ ਦੇ ਬੰਦੂਕਧਾਰੀਆਂ ਨੇ ਗੋਲੀਆਂ ਦੀ ਬੁਛਾੜ ਕਰ ਦਿੱਤੀ। ਐਲ ਮੇਂਚੋ ਕਿਸੇ ਤਰ੍ਹਾਂ ਬਚ ਕੇ ਨੇੜੇ ਦੇ ਜੰਗਲ ਵਿੱਚ ਭੱਜ ਗਿਆ, ਜਿੱਥੇ ਇੱਕ ਹੋਰ ਭਿਆਨਕ ਗੋਲੀਬਾਰੀ ਹੋਈ। ਆਖਿਰਕਾਰ ਫੌਜੀਆਂ ਨੇ ਐਲ ਮੇਂਚੋ ਨੂੰ ਫੜ ਲਿਆ, ਪਰ ਉਹ ਬੁਰੀ ਤਰ੍ਹਾਂ ਜ਼ਖਮੀ ਸੀ। ਉਸ ਨੂੰ ਤੁਰੰਤ ਹੈਲੀਕਾਪਟਰ ਰਾਹੀਂ ਮੈਕਸੀਕੋ ਸਿਟੀ ਲਿਜਾਇਆ ਜਾ ਰਿਹਾ ਸੀ, ਪਰ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਇੱਕ ਸਾਬਕਾ DEA ਚੀਫ ਨੇ ਇਸ ਆਪਰੇਸ਼ਨ ਨੂੰ ਇਤਿਹਾਸਿਕ ਕਿਹਾ, ਪਰ ਸੱਚਾਈ ਤਾਂ ਇਹ ਸੀ ਕਿ ਅਸਲ ਹਫੜਾ-ਦਫੜੀ ਦੀ ਤਾਂ ਇਹ ਸਿਰਫ ਸ਼ੁਰੂਆਤ ਸੀ। ਤਾਂ ਸਵਾਲ ਇਹ ਉੱਠਦਾ ਹੈ ਕਿ ਆਖਰ ਇਹ ਐਲ ਮੇਂਚੋ ਸੀ ਕੌਣ? ਕੋਈ ਬੰਦਾ ਇੰਨਾ ਤਾਕਤਵਰ ਕਿਵੇਂ ਬਣ ਸਕਦਾ ਹੈ? ਉਸ ਦੀ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਗਰੀਬ ਕਿਸਾਨ ਦੇ ਪੁੱਤਰ ਤੋਂ। ਐਲ ਮੈਂਚੋ, ਜਿਸ ਦਾ ਅਸਲੀ ਨਾਮ ਸੀ ਨੇਮੀਸੀਓ ਓਸੇਗੁਏਰਾ ਸਰਵਾਂਤੇਜ਼, 1966 ਵਿੱਚ ਮੈਕਸੀਕੋ ਦੇ ਇੱਕ ਗਰੀਬ ਐਵੋਕਾਡੋ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ। ਇੱਕ ਚੰਗੀ ਜ਼ਿੰਦਗੀ ਦੀ ਪਾਲ ਵਿੱਚ ਉਹ 1980 ਦੇ ਦਹਾਕੇ ਵਿੱਚ ਅਮਰੀਕਾ ਚਲਾ ਗਿਆ, ਪਰ ਉੱਥੇ ਜੁਰਮ ਦੀ ਦੁਨੀਆ ਵਿੱਚ ਫਸ ਗਿਆ। 1992 ਵਿੱਚ ਉਸ ਨੂੰ ਹੈਰੋਇਨ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ। 1997 ਵਿੱਚ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਉਸ ਨੂੰ ਵਾਪਸ ਮੈਕਸੀਕੋ ਡਿਪੋਰਟ ਕਰ ਦਿੱਤਾ ਗਿਆ। ਪਰ ਇੱਥੇ ਕਹਾਣੀ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮੋੜ ਆਉਂਦਾ ਹੈ। ਜੀ ਹਾਂ, ਬਿਲਕੁਲ ਸਹੀ ਸੁਣਿਆ। ਇੱਕ ਸਜ਼ਾਯਾਫਤਾ ਨਸ਼ਾ ਤਸਕਰ ਵਾਪਸ ਆ ਕੇ ਪੁਲਿਸ ਅਧਿਕਾਰੀ ਬਣ ਗਿਆ। ਇਸ ਦੌਰਾਨ ਉਸਨੇ ਸਿਸਟਮ ਨੂੰ ਅੰਦਰੋਂ ਸਮਝਿਆ ਕਿ ਕਿਵੇਂ ਭ੍ਰਿਸ਼ਟਾਚਾਰ ਕੰਮ ਕਰਦਾ ਹੈ, ਕਿੱਥੇ ਕਮਜ਼ੋਰੀਆਂ ਹਨ, ਤੇ ਇਹੀ ਗਿਆਨ ਬਾਅਦ ਵਿੱਚ ਉਸਦਾ ਸਭ ਤੋਂ ਖਤਰਨਾਕ ਹਥਿਆਰ ਬਣਿਆ। 2010 ਵਿੱਚ ਉਸਨੇ ਆਪਣਾ ਗੈਂਗ ਬਣਾ ਲਿਆ, ਕਾਰਟੇਲ ਜੈਲਿਸਕੋ ਨਿਊ ਜਨਰੇਸ਼ਨ, ਯਾਨੀ ਕਿ CJNG। CJNG ਦੀ ਤਾਕਤ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਬਸ ਇਸ ਇੱਕ ਘਟਨਾ ਨੂੰ ਵੇਖ ਲਓ। 1 ਮਈ 2015 ਨੂੰ ਮੈਕਸੀਕਨ ਫੌਜ ਨੇ ਐਲ ਮੇਂਚੋ ਨੂੰ ਫੜਨ ਲਈ ਆਪਰੇਸ਼ਨ ਚਲਾਇਆ, ਤੇ CJNG ਨੇ ਕੀ ਕੀਤਾ? ਉਹਨਾਂ ਨੇ ਇੱਕ ਰਾਕੇਟ ਲਾਂਚਰ ਨਾਲ ਫੌਜ ਦਾ ਹੈਲੀਕਾਪਟਰ ਹੀ ਸੁੱਟ ਦਿੱਤਾ। ਇਹ ਹੁਣ ਸਿਰਫ ਇੱਕ ਡਰੱਗ ਗੈਂਗ ਨਹੀਂ ਸੀ, ਇਹ ਇੱਕ ਪੈਰਾਮਿਲਟਰੀ ਫੋਰਸ ਸੀ ਜੋ ਸਿੱਧਾ ਸਰਕਾਰ ਨੂੰ ਚੁਣੌਤੀ ਦੇ ਰਹੀ ਸੀ। ਪਰ CJNG ਇੰਨਾ ਤਾਕਤਵਰ ਤੇ ਅਮੀਰ ਬਣਿਆ ਕਿਵੇਂ? ਇਸ ਦਾ ਜਵਾਬ ਹੈ ਇੱਕ ਬਿਜ਼ਨਸ ਮਾਡਲ 'ਚ ਬਦਲਾ। ਉਹਨਾਂ ਨੇ ਕੋਕੀਨ ਤੇ ਹੈਰੋਇਨ ਵਰਗੇ ਪੌਦਿਆਂ ਤੇ ਆਧਾਰਿਤ ਨਸ਼ਿਆਂ ਨੂੰ ਛੱਡ ਕੇ ਸਿੰਥੈਟਿਕ ਨਸ਼ਿਆਂ ਜਿਵੇਂ ਕਿ ਮੈਥ ਅਤੇ ਫੈਂਟਾਨਿਲ ਤੇ ਧਿਆਨ ਲਗਾਇਆ। ਇਹ ਉਹ ਨਸ਼ੇ ਸਨ ਜਿਨ੍ਹਾਂ ਨੂੰ ਚੀਨ ਤੋਂ ਮੰਗਵਾਏ ਕੈਮੀਕਲ ਨਾਲ ਕਿਤੇ ਵੀ ਬਣਾਇਆ ਜਾ ਸਕਦਾ ਸੀ, ਤੇ ਇਸ ਨਾਲ ਮੁਨਾਫਾ ਅਸਮਾਨੀ ਚੜ੍ਹ ਗਿਆ। ਇਸ ਬਿਜ਼ਨਸ ਦਾ ਹਿਸਾਬ-ਕਿਤਾਬ ਤਾਂ ਹੋਰ ਵੀ ਹੈਰਾਨ ਕਰਨ ਵਾਲਾ ਹੈ। ਇੱਕ ਫੈਂਟਾਨਿਲ ਦੀ ਗੋਲੀ ਬਣਾਉਣ ਦਾ ਖਰਚਾ ਪਤਾ ਕਿੰਨਾ ਹੈ? ਸਿਰਫ 10 ਸੈਂਟ, ਮਤਲਬ ਲਗਭਗ $8-9। ਤੇ ਉਹੀ ਗੋਲੀ ਅੱਗੇ ਗਲੀਆਂ ਵਿੱਚ $10 ਤੋਂ $30 ਦੀ ਵਿਕਦੀ ਹੈ। ਇਸ ਬੇਹਿਸਾਬ ਮੁਨਾਫੇ ਨੇ CJNG ਨੂੰ $20 ਬਿਲੀਅਨ ਤੋਂ ਵੱਧ ਦਾ ਜੰਗੀ ਖਜ਼ਾਨਾ ਬਣਾਉਣ ਵਿੱਚ ਮਦਦ ਕੀਤੀ। ਪਰ ਮੈਕਸੀਕੋ ਵਿੱਚ ਹਾਲਾਤ ਇੰਨੇ ਖਰਾਬ ਹੋਏ ਕਿਵੇਂ ਕਿ ਕਾਰਟੇਲ ਸਰਕਾਰ ਨਾਲ ਸਿੱਧੀ ਟੱਕਰ ਲੈਣ ਲੱਗੇ। ਇਸ ਦੀਆਂ ਜੜ੍ਹਾਂ ਪਲਾਜ਼ਾ ਸਿਸਟਮ ਵਿੱਚ ਹਨ। ਦੇਖੋ, 71 ਸਾਲਾਂ ਤੱਕ ਇੱਕ ਹੀ ਪਾਰਟੀ PRI ਦਾ ਰਾਜ ਸੀ। ਉਦੋਂ ਇੱਕ ਅਣਲਿਖਿਆ ਸਮਝੌਤਾ ਸੀ। ਸਰਕਾਰ ਕਾਰਟੇਲਾਂ ਤੋਂ ਰਿਸ਼ਵਤ ਲੈਂਦੀ ਸੀ ਤੇ ਬਦਲੇ ਵਿੱਚ ਕਾਰਟੇਲਾਂ ਨੂੰ ਘੱਟ ਹਿੰਸਾ ਕਰਨ ਦੀ ਛੋਟ ਦਿੰਦੀ ਸੀ। ਇਹ ਇੱਕ ਤਰ੍ਹਾਂ ਦਾ ਸੰਸਥਾਗਤ ਭ੍ਰਿਸ਼ਟਾਚਾਰ ਸੀ ਜਿਸ ਨੇ ਕਾਰਟੇਲਾਂ ਨੂੰ ਦੇਸ਼ ਦੇ ਸਿਸਟਮ ਵਿੱਚ ਹੀ ਸ਼ਾਮਿਲ ਕਰ ਦਿੱਤਾ।
2000 ਵਿੱਚ ਜਦੋਂ PRI ਪਾਰਟੀ ਸੱਤਾ ਤੋਂ ਬਾਹਰ ਹੋਈ ਤਾਂ ਇਹ ਸਿਸਟਮ ਟੁੱਟ ਗਿਆ। 2006 ਵਿੱਚ ਨਵੇਂ ਰਾਸ਼ਟਰਪਤੀ ਨੇ ਨਸ਼ਿਆਂ ਵਿਰੁੱਧ ਜੰਗ ਛੇੜ ਦਿੱਤੀ, ਪਰ ਇਸ ਦਾ ਉਲਟਾ ਅਸਰ ਹੋਇਆ। ਵੱਡੇ ਕਾਰਟੇਲ ਹੋਰ ਛੋਟੇ ਤੇ ਵੱਧ ਹਿੰਸਕ ਗੈਂਗਾਂ ਵਿੱਚ ਵੰਡੇ ਗਏ। ਫਿਰ 2018 ਵਿੱਚ ਇੱਕ ਹੋਰ ਨਵੇਂ ਰਾਸ਼ਟਰਪਤੀ ਨੇ ਗੋਲੀਆਂ ਨਹੀਂ ਗਲੇ ਲਗਾਓ ਦਾ ਨਾਰਾ ਦਿੱਤਾ। ਇਹ ਨਰਮ ਪਹੁੰਚ ਵੀ ਫੇਲ ਹੋ ਗਈ। ਇਸੇ ਪਾਵਰ ਵੈਕਿਊਮ ਯਾਨੀ ਸ਼ਕਤੀ ਦੇ ਖਲਾਅ ਨੂੰ CJNG ਨੇ ਭਰਿਆ। ਤੇ ਇਸ ਕਹਾਣੀ ਦਾ ਇੱਕ ਹੋਰ ਹੈਰਾਨ ਕਰਨ ਵਾਲਾ ਪਹਿਲੂ ਹੈ ਅਮਰੀਕੀ ਨੀਤੀਆਂ ਦਾ ਰੋਲ। 1980 ਦੇ ਦਹਾਕੇ ਵਿੱਚ CIA ਨੇ ਇੱਕ ਡਰੱਗ ਲਾਰਡ ਦੇ ਫਾਰਮ ਤੇ ਬਾਗੀਆਂ ਨੂੰ ਟ੍ਰੇਨਿੰਗ ਦਿੱਤੀ। 1994 ਦੇ ਨੈਫਟਾ ਵਪਾਰ ਸਮਝੌਤੇ ਨੇ ਸਰਹੱਦਾਂ ਖੋਲ੍ਹ ਦਿੱਤੀਆਂ, ਜਿਸ ਨਾਲ ਨਸ਼ਿਆਂ ਦੀ ਤਸਕਰੀ ਬਹੁਤ ਸੌਖੀ ਹੋ ਗਈ। ਹਰ ਸਾਲ ਅਮਰੀਕਾ ਤੋਂ ਲਗਭਗ 2 ਲੱਖ ਹਥਿਆਰ ਮੈਕਸੀਕੋ ਵਿੱਚ ਤਸਕਰ ਕੀਤੇ ਜਾਂਦੇ ਹਨ। ਤੇ ਫਿਰ ਆਪਰੇਸ਼ਨ ਫਾਸਟ ਐਂਡ ਫਿਊਰੀਅਸ ਵਰਗੇ ਅਸਫਲ ਪ੍ਰੋਗਰਾਮ ਹੋਏ, ਜਿੱਥੇ ਅਮਰੀਕੀ ਏਜੰਸੀਆਂ ਨੇ ਖੁਦ ਹਥਿਆਰਾਂ ਨੂੰ ਸਰਹੱਦ ਪਾਰ ਜਾਣ ਦਿੱਤਾ ਤੇ ਫਿਰ ਉਹਨਾਂ ਤੇ ਨਜ਼ਰੀ ਗਵਾ ਬੈਠੇ। ਚਲੋ ਵਾਪਸ ਐਲ ਮੈਂਚੋ ਦੀ ਮੌਤ ਤੇ ਆਉਂਦੇ ਹਾਂ। ਜਿਵੇਂ ਹੀ ਉਸ ਦੀ ਮੌਤ ਦੀ ਖਬਰ ਫੈਲੀ, CJNG ਨੇ ਪੂਰੇ ਮੈਕਸੀਕੋ ਵਿੱਚ ਕਹਿਰ ਮਚਾ ਦਿੱਤਾ। 20 ਰਾਜਾਂ ਵਿੱਚ ਤਾਲਮੇਲ ਨਾਲ ਨਾਰਕੋ ਅੱਤਵਾਦੀ ਹਮਲੇ ਹੋਏ, ਗੱਡੀਆਂ ਸਾੜੀਆਂ ਗਈਆਂ, ਹਾਈਵੇ ਬਲੌਕ ਕੀਤੇ ਗਏ, ਇੱਥੋਂ ਤੱਕ ਕਿ ਮੈਕਸੀਕਨ ਫੌਜੀਆਂ ਦੇ ਸਿਰ ਤੇ $100 ਦਾ ਇਨਾਮ ਰੱਖ ਦਿੱਤਾ ਗਿਆ। ਇਹ ਸਿੱਧਾ ਨਾਰਕੋ ਅੱਤਵਾਦ ਸੀ। ਤੇ ਇਸ ਸਭ ਦਾ ਇਨਸਾਨੀ ਨੁਕਸਾਨ ਬਹੁਤ ਭਿਆਨਕ ਹੈ। ਫੈਂਟਾਨਲ, ਜਿਸ ਨੂੰ CJNG ਨੇ ਇੰਨੇ ਵੱਡੇ ਪੱਧਰ ਤੇ ਫੈਲਾਇਆ, 2023 ਵਿੱਚ ਅਮਰੀਕਾ ਵਿੱਚ 73,000 ਸਿੰਥੈਟਿਕ ਓਪੀਓਇਡ ਓਵਰਡੋਜ਼ ਮੌਤਾਂ ਵਿੱਚੋਂ ਲਗਭਗ 70% ਲਈ ਜ਼ਿੰਮੇਵਾਰ ਸੀ। ਇਹ ਨਸ਼ਾ ਹੈਰੋਇਨ ਨਾਲੋਂ 50 ਗੁਣਾ ਵੱਧ ਤਾਕਤਵਰ ਹੈ। ਤੇ ਹੁਣ ਅੱਗੇ ਕੀ? ਐਲ ਮੈਂਚੋ ਦਾ ਕੋਈ ਸਪਸ਼ਟ ਉੱਤਰਾਧਿਕਾਰੀ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਕਾਰਟੇਲ ਦੇ ਅੰਦਰ ਹੀ ਖੂਨੀ ਜੰਗ ਛਿੜ ਸਕਦੀ ਹੈ। ਦੂਜੇ ਪਾਸੇ ਅਮਰੀਕਾ ਨੇ ਕਾਰਟੇਲਾਂ ਤੇ ਸਿੱਧੀ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸਭ ਦੇ ਵਿਚਕਾਰ 2026 ਦਾ FIFA ਵਿਸ਼ਵ ਕੱਪ ਗੁਆਡਾਲਾਹਾਰਾ ਵਿੱਚ ਹੋਣ ਵਾਲਾ ਹੈ, ਜੋ ਕਿ CJNG ਦਾ ਗੜ੍ਹ ਹੈ। ਤੇ ਇਹ ਸਭ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਖੜਾ ਕਰਦਾ ਹੈ। ਇੱਕ ਰਾਜਾ ਤਾਂ ਮਰ ਗਿਆ, ਪਰ ਕੀ ਇਸ ਨਾਲ ਪੂਰਾ ਸਿਸਟਮ ਖਤਮ ਹੋ ਸਕਦਾ ਹੈ? ਇਹ ਇੱਕ ਸਾਂਝਾ ਸੰਕਟ ਹੈ। ਜਦੋਂ ਤੱਕ ਅਮਰੀਕਾ ਵਿੱਚ ਨਸ਼ਿਆਂ ਦੀ ਮੰਗ ਰਹੇਗੀ, ਮੈਕਸੀਕੋ ਵਿੱਚ ਸਪਲਾਈ ਹੁੰਦੀ ਰਹੇਗੀ। ਜਦੋਂ ਤੱਕ ਅਮਰੀਕੀ ਬੰਦੂਕਾਂ ਸਰਹੱਦ ਪਾਰ ਕਰਦੀਆਂ ਰਹਿਣਗੀਆਂ, ਕਾਰਟੇਲ ਲੜਦੇ ਰਹਿਣਗੇ, ਅਤੇ ਜਦੋਂ ਤੱਕ ਚੀਨ ਤੋਂ ਕੈਮੀਕਲ ਆਉਂਦੇ ਰਹਿਣਗੇ, ਇਹ ਸਪਲਾਈ ਚੇਨ ਸ਼ਾਇਦ ਹੀ ਟੁੱਟੇ। ਸਮੱਸਿਆ ਸਾਂਝੀ ਹੈ ਤੇ ਇਸ ਦਾ ਹੱਲ ਵੀ ਸਾਂਝਾ ਹੀ ਲੱਭਣਾ ਪਵੇਗਾ।